पंजाब मेल टीवी USA देख रहे सारे दर्शकों का स्वागत है। मैं तेजपाल सिंह मनहास ते लैके हाज़र हाँ प्रोग्राम खबर जंक्शन। सरदार नरिंदर सिंह सत्ती हुणी स्टूडियो पहुँच चुके हैं, उन्होंने जी आया कहीए तो गल शुरू करिए। सत्ती साहब जी आया नूं सत श्री अकाल जी। सत श्री अकाल तेजपाल जी। सत्ती साहब मिर्ज़ा गालिब वो ना ही एडा हरेक बंदे नूं पता कौन है, कोई दस्सण दी ज़्यादा लोड़ नहीं। उन्हों का एक शेर है, कहता वो पूछते हैं हमसे कि गालिब कौन है जी, तुम ही कहो कि हम बतलाएं क्या। ये सरकार भी इसे राह नहीं तुरी हुई भी किसानों नूं हर वेले पुछदी आ तुसी कौन हो, तुसी खालिस्तानी हो जां तुसी माओवादी हो, तुसी जाट हो, तुसी किहड़ी जात दे हो। ये रोज़ का काम इन्हां दा यही नहीं हो गया भी किसी तरह कोई लड़ी असीं फड़ लईए जिहदे नाल जे इहो दो चार बंदे सिर जोड़ के बैठे आ तो इन्हां नूं अलग अलग कर दिता जाए। केंद्र की भाजपा हुकूमत ने हुण तक सारी वाह ला लई आ जी लोकां दे विच वंडियां पाउण लई। वाह किवें ला रही आ? धर्म के आधार ते, जी जात के आधार ते, ठीक है। और जाट ने, वो दलित आ, वो हिंदू आ, वो मुस्लिम आ, वो सिख आ, वो ईसाई ने ते वो कामरेड ने, खास कर कामरेड आ जी, ठीक है। फिर उन्हां ते जिहड़ियां चेपियां लाउंदे ने, लेबल लाउंदे आ भी खालिस्तानी आ जी जी माओवादी आ जी, ठीक है, अतवादी ने, मिलीटेंट है, देशां विदेशां चों फंड आउंदा है। बिल्कुल अद्धा पंजाब जिहड़ा आ वो विदेशां च बैठा सुख नाल खुशहाल ने लोग उत्थे जी। वो अपने भैणां भरावां मापिਆਂ ਨੂੰ फंड पाउंदे ने, ठीक है, जो भी पैसे भेजते आ जी ਉਹਨੂੰ फॉरन मनी एक्सचेंज के तहत फेरा के तहत लै आंदा। बिल्कुल ठीक है। एनफोर्समेंट डायरैक्टोरेट के छापे, CBI के छापे जी, ठीक है, देश धरोह के परचे दर्ज कर हटी आ। सरकार ने किहड़ा हथकंडा नहीं अपनाया। फिर उदां रोकां बिल्कुल ठीक है, किते जिहड़ा आ ओह किल गड्ढदी है जी, किते ਉਹ ਖੱਡਾਂ ਪੁੱਟਦੀ ਹੈ बिल्कुल ठीक है, किते ब्लॉकेज खड़ी करदे बैरीकेड ਲਾਉਂਦੀ ਆ जी, किते ਉਹ अथरू गैस ਦੇ ਗੋਲੇ ਛੱਡਦੀ ਆ, पानी की सप्लाई बंद ਪਾਣੀ कर दी ਦੀਆਂ है। ਸਪਲਾਈਆਂ ਬੰਦ ਕਰਦੀ ਆ, ਬਿਜਲੀ ਦੀ ਸਪਲਾਈ ਬੰਦ ਕਰਦੀ ਆ। बिल्कुल ਸੋ ਸਰਕਾਰ ਨੇ ਕਿਹੜਾ ਹਰਬਾ ਨਹੀਂ ਵਰਤਿਆ, ਕਿਹੜਾ ਹੱਥਕੰਡਾ ਨਹੀਂ ਵਰਤਿਆ ਅੰਦੋਲਨ ਨੂੰ ਫੇਲ ਕਰਨ ਲਈ, ਅੰਦੋਲਨ 'ਚ ਫੁੱਟ ਪਾਉਣ ਲਈ, ਧੜੇਬੰਦੀ ਉਸਾਰਨ ਲਈ। ਪਰ ਅਸ਼ਕੇ ਜਾਈਏ ਉਹਨਾਂ ਸਾਡੇ ਆਗੂਆਂ ਦੇ जी ਜਿਨ੍ਹਾਂ ਨੇ ਆਪਣੀ ਰਹਿਨੁਮਾਈ 'ਚ ਇਸ ਪ੍ਰੋਗਰਾਮ ਨੂੰ ਸੂਤਰਬੱਧ ਕੀਤਾ ਹੋਇਆ, ਸ਼ਾਂਤਮਈ ਤਰੀਕੇ ਦੇ ਨਾਲ ਚਲਾ ਰਹੀ ਆ ਔਰ ਸਰਕਾਰ ਦੀਆਂ ਇੱਕ ਤਰ੍ਹਾਂ ਨਾਲ ਗੋਡਣੀਆਂ ਲਵਾਈਆਂ ਹੋਈਆਂ जी। ਠੀਕ ਹੈ। ਮੰਨੇ ਸਰਕਾਰ ਚਾਹੇ ਨਾ ना मन्ने कल रेल रोको सी ਜੀ। किद्दां रहा रेल रोको जी गल? ਕੱਲ੍ਹ ਦੇਖੋ ਦੇਸ਼ ਭਰ ਦੇ ਵਿੱਚ 12 ਵਜੇ ਤੋਂ ਲੈ ਕੇ ਦੁਪਹਿਰੇ ਆਥਣੇ 4 ਵਜੇ ਤੱਕ जी ਜਿਹੜਾ ਰੇਲ ਰੋਕੋ ਅੰਦੋਲਨ ਸੀਗਾ ਸਫਲ ਆਪਾਂ ਕਹਾਂਗੇ जी ਉੱਤਰੀ ਭਾਰਤ ਵਿੱਚ ਤਾਂ ਖਾਸ ਕਰਕੇ। ਪਰ ਸਰਕਾਰ ਦਾ ਬਿਆਨ ਆ ਵੀ ਕੋਈ ਬਹੁਤਾ ਅਸਰ ਨਹੀਂ ਰਿਹਾ। जी ਇੱਕ ਬੰਨੇ ਬਿਆਨ ਦੇ ਰਹੀ ਆ ਵੀ ਜੀ ਯਾਤਰੀਆਂ ਦੀ ਖੱਜਲ ਖੁਆਰੀ ਹੋਈ ਆ, ਇੱਕ ਬੰਨੇ ਕਹਿ ਰਹੀ ਆ ਵੀ ਕੋਈ ਬਹੁਤਾ ਅਸਰ ਨਹੀਂ ਹੋਇਆ। ਜੀ। ਉਹ ਅਜੇ ਵੀ ਅਸਰ ਨੂੰ ਘਟਾ ਕੇ ਦੇਖ ਰਹੀ ਆ ਸਾਡੀ ਸਰਕਾਰ। बिल्कुल ਔਰ ਮੈਂ ਤੁਹਾਨੂੰ ਇੱਕ ਜਾਣੀ ਕਿ ਇਹ ਗੱਲ ਦੱਸਦਿਆਂ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਵੀ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਕੱਲ੍ਹ ਇੱਕ ਗੱਡੀ ਰੁਕੀ ਹੋਈ ਸੀ जी ਜਾਮਨਗਰ ਜੰਮੂ ਜਾਣ ਵਾਲੀ, जी ਜਿਸ 'ਚ ਬਹੁਤੇ ਯਾਤਰੀ ਵੈਸ਼ਨੋ ਦੇਵੀ ਦੀ ਯਾਤਰਾ ਵਾਲੇ ਸੀਗੇ। जी ਔਰ ਗੁਜਰਾਤ ਦੀਆਂ ਔਰਤਾਂ ਨੇ ਤੇ ਬੰਦਿਆਂ ਨੇ ਕਿਸਾਨਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਆ जी ਔਰ ਔਰਤਾਂ ਨੇ ਉੱਥੇ ਗਰਬਾ ਡਾਂਸ ਪੇਸ਼ ਕੀਤਾ ਜੀ। ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ। हाँ जी हाँ जी ਉਹਦੀ ਵੀਡੀਓਜ਼ ਵੀ ਆਈਆਂ। ਔਰ ਇਕਜੁੱਟਤਾ ਪ੍ਰਗਟਾਈ ਆ ਪੰਜਾਬ ਦੇ ਕਿਸਾਨਾਂ ਨਾਲ। जी 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 ਸੋ ਇਹ ਇੱਕ ਸਿੱਧਾ ਸਾਫ਼ ਸਪਸ਼ਟ ਸੁਨੇਹਾ ਆ ਕੇਂਦਰ ਦੀ ਸਰਕਾਰ ਨੂੰ ਵੀ ਇਹ ਲੋਕ ਸਾਰੇ ਇੱਕੋ ਹੀ ਆ, ਇਹ ਦੇਸ਼ ਇੱਕੋ ਹੀ ਆ, ਇਹ ਵਿਭਿੰਨਤਾ ਦੇ ਵਿੱਚ ਏਕੇ ਵਾਲਾ ਮੁਲਕ ਆ। जी ਔਰ ਇੱਥੇ ਜ਼ੁਬਾਨ, ਧਰਮ ਤੇ ਜਾਤਾਂ ਦੇ ਨਾਂ 'ਤੇ ਲੋਕਾਂ 'ਚ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ ਜਾਂ ਇਲਾਕਿਆਂ ਦੇ ਆਧਾਰ ਦੇ ਉੱਤੇ। जी अच्छा एक कल होर खबर आई है जी। जिद्दां आपां सारे जानते हैं भी 100 साल हो गए ननकाना साहिब के साके नूं जी ते उत्थे अपना जथा जाना सीगा जी। जिहड़ा ਅੱਗੇ ਵੀ ਜਾਂਦੇ ਆ ਹੁਣ ਵੀ ਜਾਣਾ ਸੀਗਾ ਤੇ ਉਹ ਨਹੀਂ ਜਾਣ ਦਿੱਤਾ ਸੈਂਟਰ ਗਵਰਨਮੈਂਟ ਨੇ, ਕਹਿੰਦੇ ਇਜਾਜ਼ਤ ਨਹੀਂ ਦਿੱਤੀ। ਤੇਜਪਾਲ ਜੀ ਗੱਲ ਇੱਦਾਂ ਆ ਪਈ ਸ਼ਾਇਦ ਸਾਡੇ ਹਾਕਮ ਇਹ ਗੱਲ
ਸਮਝਣੀ ਨਹੀਂ ਚਾਹੁੰਦੇ ਜਾਂ ਉਹਨਾਂ 'ਚ ਇਹ ਗੱਲ ਸਮਝਣ ਦੀ ਸਮਰੱਥਾ ਨਹੀਂ ਵੀ ਸਰਹੱਦ ਦੇ ਦੋਵੇਂ ਪਾਸੇ ਇੱਕੋ ਹੀ ਪੰਜਾਬ ਵਸਦਾ। ਬਿਲਕੁਲ ਠੀਕ ਆ, ਸਾਡੀ ਬੋਲੀ, ਰਹਿਣ ਸਹਿਣ, ਖਾਣ ਪੀਣ ਇੱਕੋ ਹੀ ਹੈ। ਬਿਲਕੁਲ ਧਰਮ ਸਾਡੇ ਅਲੱਗ ਹੋ ਸਕਦੇ ਆ, ਧਰਮ ਸਾਡੇ ਅਲੱਗ ਹੋ ਸਕਦੇ ਆ। ਬਿਲਕੁਲ। ਔਰ ਇਹ ਅੰਗਰੇਜ਼ਾਂ ਨੇ ਤੇ ਕੁਛ ਸਾਡੇ ਸਿਆਸਤਦਾਨਾਂ ਨੇ ਰਲ ਕੇ ਮੁਲਕ ਦੋ ਮੁਲਕ ਬਣ ਗਿਆ ਜੀ, ਇੱਕੋ ਹੀ ਖਿੱਤਾ ਧਰਤੀ ਦਾ, ਉਹਨੂੰ ਦੋ ਮੁਲਕਾਂ 'ਚ ਤਕਸੀਮ ਕਰ ਦਿੱਤਾ। ਜਿਹੜੀ ਨਨਕਾਣਾ ਸਾਹਿਬ ਦਾ ਸਾਕਾ ਆ, ਸਿੱਖ ਇਤਿਹਾਸ ਵਿੱਚ ਉਹਦਾ ਕੀ ਮਹੱਤਵ ਆ, ਸ਼ਾਇਦ ਸਾਡੇ ਹਾਕਮ ਉਸ ਇਤਿਹਾਸ ਨੂੰ ਨਹੀਂ ਜਾਣਦੇ। ਬਿਲਕੁਲ। ਦੇਖੋ 100 ਵਰ੍ਹੇ ਪਹਿਲਾਂ ਸਰਦਾਰ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਦੇ ਵਿੱਚ ਨਨਕਾਣਾ ਸਾਹਿਬ ਮੋਰਚਾ ਲੱਗਾ। ਨਾਰਾਇਣ ਦਾਸ ਮਹੰਤ ਜਿਹੜੇ ਆ, ਉਹਨਾਂ ਤੋਂ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਤੇ ਜਿਹੜਾ ਕਬਜ਼ਾ ਆ, ਚਾਬੀਆਂ ਵਾਪਸੀ ਔਰ ਉੱਥੋਂ ਕਬਜ਼ਾ ਦਾ ਰਾਹ ਪੱਧਰਾ ਕਰਨ ਦਾ ਮੁੱਢ ਵੱਜਾ ਸੀਗਾ। ਬਿਲਕੁਲ। ਕਿੰਨੇ ਸਿੰਘ ਉੱਥੇ ਸ਼ਹੀਦ ਹੋਏ ਨੇ, 100 ਵਰ੍ਹੇ ਹੋ ਗਿਆ। ਔਰ ਪੂਰਾ ਜਥਾ 600-700 ਦਾ, ਜਿਹ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਹੋਰ ਰਾਗੂ, ਸਾਡੇ ਸਿੱਖ ਜਿਹੜੇ ਦਾਨਸ਼ਵਰ ਲੋਕ ਔਰ ਯਾਤਰੀ ਜਿਹੜੇ ਆਮ ਸ਼ਰਧਾਲੂ ਨੇ, 600-700 ਦਾ ਜਥਾ ਜਾ ਰਿਹਾ। ਕੱਲ੍ਹ ਰਵਾਨਗੀ ਸੀ। 17 ਤਰੀਕ ਸ਼ਾਮ ਨੂੰ ਫੈਕਸ ਆਉਂਦੀ ਆ ਇੱਕ ਸਾਡੇ ਗ੍ਰਹਿ ਮੰਤਰਾਲੇ ਵੱਲੋਂ ਵੀ ਭਾਈ ਉੱਥੇ ਜਥੇ ਤੇ ਹਮਲਾ ਹੋ ਸਕਦਾ ਜੀ। ਠੀਕ ਆ, ਜਾਨ ਮਾਲ ਦਾ ਖਤਰਾ ਆ ਤੇ ਕਰੋਨਾ ਦਾ ਖਤਰਾ ਆ ਜੀ। ਦੇਖੋ ਇਹ ਸਰਕਾਰ ਕਿਵੇਂ ਸਿੱਖੀ ਨੂੰ ਢਾਹ ਲਾਉਣ ਦਾ ਯਤਨ ਕਰ ਰਹੀ ਆ। ਔਰ ਦੇਖੋ ਤੇਜਪਾਲ ਜੀ, ਇਹ ਸਰਾਸਰ ਸਿੱਖਾਂ ਦੇ ਨਾਲ ਸਰਕਾਰ ਦਾ ਧੱਕਾ ਆ। ਬਿਲਕੁਲ। ਪਹਿਲਾਂ ਤਾਂ ਲੇਟ ਉਸੇ ਰਾਤ ਦੇਰ ਮਤਲਬ ਰਾਤ ਗਈ ਬੀਬੀ ਜਗੀਰ ਕੌਰ ਹੁਣੀ, ਜਿਹੜੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਸਾਡੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਹਦੇ ਪਿੱਛੋਂ ਫਿਰ ਕੱਲ੍ਹ ਉਹਨਾਂ ਨੇ ਇੱਕ ਪੱਤਰ ਵੀ ਲਿਖਿਆ ਕੇਂਦਰ ਸਰਕਾਰ ਨੂੰ ਵੀ ਘੱਟੋ ਘੱਟ 21 ਤਰੀਕ ਨੂੰ ਹੀ ਉੱਥੇ ਜਾਣ ਦਿੱਤਾ ਜਾਵੇ ਜੀ। ਤੇ ਅੰਦਰ ਖਾਤੇ ਇਹ ਵੀ ਖਬਰਾਂ ਆਈਆਂ ਆ ਵੀ ਉਹ ਜਥੇ ਨੂੰ ਤਾਂ ਰੋਕ ਰਹੇ ਆ ਕੇਂਦਰ ਸਰਕਾਰ, ਪਰ ਸ਼ਾਇਦ ਜਿਹੜਾ ਥੋੜ੍ਹਾ ਜਿਹਾ ਅਧਿਕਾਰੀਆਂ ਦਾ ਗਰੁੱਪ ਆ, ਉਹਨਾਂ ਨੂੰ 21 ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੇਵੇ ਨਨਕਾਣਾ ਸਾਹਿਬ। ਇਹਦੇ ਬਾਰੇ ਤਾਂ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੀ ਇਹਨੂੰ ਨਿੰਦਣਯੋਗ ਕਿਹਾ, ਕਹਿੰਦੇ ਵੀ ਇੰਨਾ ਸਾਡਾ ਇੰਪੋਰਟੈਂਟ 100 ਸਾਲਾ ਹੋਵੇ ਜੀ ਤੇ ਆਪਣੀਆਂ ਇਹੋ ਰੈਲੀਆਂ ਕਰ ਰਹੇ ਆ ਜੀ। ਵੈਸਟ ਬੰਗਾਲ ਦੇ ਵਿੱਚ ਕੋਈ ਕਰੋਨਾ ਨਹੀਂਗਾ, ਹੈ ਨਾ, ਤੇ ਇੱਥੇ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ? ਤੁਸੀਂ ਹੋਰ ਦੇਖੋ ਭਈ ਸਿੱਖਾਂ ਨੂੰ ਪੰਜਾਬ ਦੇ ਵਿੱਚ ਪਾਕਿਸਤਾਨ 'ਚ ਕੀ ਖਤਰਾ ਹੋ ਸਕਦਾ? ਬਿਲਕੁਲ। ਉਹ ਲੋਕ ਤਾਂ ਬਾਹਾਂ ਅੱਡ ਕੇ ਉਡੀਕਦੇ ਆ। ਬਿਲਕੁਲ। ਆਕਾਸ਼ ਬੋਰਡ ਨੇ ਕਿਹਾ ਵੀ ਸਾਡੀ ਜ਼ਿੰਮੇਵਾਰੀ ਆ ਜੀ। ਠੀਕ ਹੈ, ਸਰਕਾਰ ਨੂੰ ਜਥਾ ਰੋਕਣ ਦੀ ਥਾਂ ਚਾਹੀਦਾ ਸੀਗਾ ਵੀ ਭਾਈ ਜਥੇ ਦੀ ਸੁਰੱਖਿਆ ਦੀ ਗਰੰਟੀ ਲਵੋ। ਇਹ ਤਾਂ ਉਹ ਕਹਿ ਸਕਦੇ ਆ ਪਾਕਿਸਤਾਨ ਸਰਕਾਰ ਨੂੰ। ਔਰ ਵੈਸੇ ਵੀ ਜਥੇ ਨੂੰ ਤਾਂ ਲੋਕ ਅੱਖਾਂ ਮਤਲਬ ਉਹਨਾਂ ਦੀਆਂ ਜਿਹੜੀਆਂ ਉਡੀਕਦੀਆਂ ਪੱਕ ਜਾਂਦੀਆਂ, ਲੋਕਾਂ ਨੂੰ ਉਡੀਕਦਿਆਂ। ਤੁਸੀਂ ਦੇਖਿਆ ਹੋਣਾ ਵੀ ਉੱਥੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਵਿੱਚ ਲੋਕਲ ਲੋਕ ਵੀ ਕਿੰਨੇ ਮਿਲਣ ਆਉਂਦੇ ਨੇ। ਕੋਈ ਸੁਨੇਹਾ, ਕੋਈ ਇੱਕ ਦੂਸਰੇ ਨੂੰ ਕੋਈ ਤਿਉਹਾਰ ਮਤਲਬ ਤੋਹਫੇ ਵਗੈਰਾ ਜਿਹੜੇ ਆ ਲੋਕ ਦਿੰਦੇ, ਆਦਾਨ ਪ੍ਰਦਾਨ ਕਰਦੇ ਆ, ਆਪਣੇ ਪਿੰਡਾਂ ਦੇ ਨਾਂ ਪੁੱਛਦੇ ਆ, ਕੋਈ ਉੱਧਰੋਂ ਤਾਂ ਨਹੀਂ ਆਇਆ, ਕੋਈ ਉੱਧਰੋਂ ਨਹੀਂ ਆਇਆ। ਤੇ ਉਹਨਾਂ ਲੋਕਾਂ ਨੇ ਜਥੇ ਤੇ ਹਮਲਾ ਕੀ ਕਰਨਾ ਹੈਗਾ? ਦੇਖੋ ਜੀ, ਅੱਖਾਂ ਭਰ ਕੇ ਉਡੀਕਦੇ ਆ ਉਹ ਬੰਦੇ, ਅੱਖਾਂ ਭਰ ਕੇ ਉਡੀਕਦੇ। ਬਿਲਕੁਲ। ਔਰ ਤੁਸੀਂ ਦੇਖੋ ਤੇਜਪਾਲ ਜੀ ਭਈ ਜਿਹੜਾ ਜਥੇ ਨੂੰ ਰੋਕਣਾ, ਇਹ ਸਰਾਸਰ ਧੱਕਾ ਆ ਕੇਂਦਰ ਸਰਕਾਰ ਦਾ ਜੀ। ਫਿਰ ਕਹਿੰਦੇ ਜੀ ਵੀ ਕਰੋਨਾ ਦਾ ਡਰ ਆ। ਕਰੋਨਾ ਤਾਂ ਹੁਣ ਨਾ ਇੱਥੇ ਨਾ ਉੱਥੇ ਮਤਲਬ ਨਾ ਮਾਤਰ ਰਹਿ ਗਿਆ। ਹਾਲੇ ਵੀ ਕਰੋਨਾ ਦਾ ਡਰ ਦੇਈ ਜਾਂਦੇ ਆ। ਇੱਥੇ ਬੰਗਾਲ ਦੇ ਵਿੱਚ ਤੁਸੀਂ ਰੈਲੀਆਂ ਕਰ ਰਹੇ ਆ, ਹੋਰ ਪਾਸੇ ਤੁਸੀਂ ਰੈਲੀਆਂ ਕਰ ਰਹੇ ਹੋ, ਉੱਥੇ ਕਰੋਨਾ ਦਾ ਡਰ ਨਹੀਂ। ਫਿਰ ਨਵੰਬਰ ਵਿੱਚ ਹਾਲੇ ਆਪਣੇ ਜਥਾ ਪਾਕਿਸਤਾਨ ਜਾ ਕੇ ਆਇਆ ਗੁਰਧਾਮਾਂ ਦੀ ਯਾਤਰਾ ਕਰਕੇ, ਉਦੋਂ ਕਰੋਨਾ ਦਾ ਡਰ ਨਹੀਂ ਸੀ ਜੀ। ਸੋ ਇਹ ਸਿਰਫ ਸਾਨੂੰ ਨਾ ਇੱਕ ਤਰ੍ਹਾਂ ਦਾ ਕੇਂਦਰ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਆ ਜੀ, ਤੇ ਉਹਦੇ ਤਹਿਤ ਹੀ ਇਹ ਸਾਰਾ ਕੁਛ ਜਿਹੜਾ ਹੋਇਆ ਹੈਗਾ। ਫਿਰ ਤੁਸੀਂ ਐਨ 11th ਆਵਰ ਤੇ ਦੇਖੋ, ਸਿਕਿਉਰਿਟੀ ਦਾ ਜਿੱਥੋਂ ਤੱਕ ਮੁੱਦਾ ਹੈ ਨਾ, ਬਿਲਕੁਲ ਸਭ ਤੋਂ ਪਹਿਲਾਂ ਸੂਬਾ ਸਰਕਾਰ, ਕੇਂਦਰ ਸਰਕਾਰ ਉਹ ਸਾਰੀ ਜਾਂਚ ਪੜਤਾਲ ਕਰਦੀ ਆ, ਫਿਰ ਅੰਬੈਸੀਆਂ ਨੂੰ ਰਿਪੋਰਟ ਕਰਦੀ ਆ, ਫਿਰ ਜਾ ਕੇ ਜਿਹੜੇ ਆ ਉਹ ਵੀਜ਼ੇ ਜਾਰੀ ਹੁੰਦੇ ਨੇ, ਹੈ ਨਾ ਜੀ। ਤੇ ਉਦੋਂ ਤੱਕ ਕੋਈ ਰੁਕਾਵਟ ਨਹੀਂ ਆਈ। ਜਦੋਂ ਸਾਰੀਆਂ ਤਿਆਰੀਆਂ ਹੋ ਗਈਆਂ, ਅਗਲੇ ਦਿਨ ਜਾਣਾ ਆ, 17 ਨੂੰ ਹਲੇ ਪਾਸਪੋਰਟ ਜਮ੍ਹਾਂ ਕਰਾਉਂਦੀ ਆ ਮਤਲਬ ਸੰਗਤ ਆਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ, ਤੇ 18 ਨੂੰ ਸਵੇਰੇ ਰਵਾਨਗੀ ਹੁੰਦੀ ਆ, 17 ਸ਼ਾਮ ਨੂੰ ਉਹ ਰੋਕ ਲੱਗ ਜਾਂਦੀ ਆ ਜੀ। ਸੋ ਇਹ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੀ ਗੱਲ ਆ ਜੀ।
ਅੱਛਾ, ਕੱਲ ਨਾ ਇੱਕ ਕਤਲ ਹੋਇਆ ਜੀ ਆਪਣੇ ਫਰੀਦਕੋਟ ਦੇ ਵਿੱਚ, ਜੀ ਤੇ ਕਹਿੰਦੇ ਯੂਥ ਕਾਂਗਰਸ ਦੇ ਉਹ ਸੀਗੇ ਆਪਣੇ ਪ੍ਰਧਾਨ ਸੀਗੇ ਜੀ ਉਹਨਾਂ ਦਾ। ਇਹ ਕੀ ਹੋ ਰਿਹਾ, ਮਤਲਬ ਕਿੱਦਾਂ, ਮਤਲਬ ਇਹ ਹੁਣ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇੱਦਾਂ ਕਿੱਦਾਂ ਵਿਗੜ ਸਕਦੀ ਹੈ? ਜਿੱਥੋਂ ਤੱਕ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਹੈ, ਇਹ ਪਿਛਲੇ ਕੁਝ ਅਰਸੇ ਤੋਂ ਨਿੱਘਰਦੀ ਜਾਂਦੀ ਦਿਨ ਬ ਦਿਨ। ਇਹ ਕੋਈ ਨਵੀਂ ਗੱਲ ਨਹੀਂ, ਕੋਈ ਅਲੋਕਾਰੀ ਗੱਲ ਨਹੀਂ ਹੋਈ। ਗੁਰਲਾਲ ਸਿੰਘ ਭੁੱਲਰ 35 ਵਰ੍ਹਿਆਂ ਦਾ ਨੌਜਵਾਨ ਆ ਜੀ। ਆਪਾਂ ਕਹਿੰਦੇ ਹਾਂ ਵੀ ਹਾਲੇ ਉਹਨੇ ਕੁਛ ਨਹੀਂ ਸੀ ਦੇਖਿਆ, ਹੈ ਨਾ। ਛੋਟੇ ਉਹਦੇ ਬੱਚੇ ਆ, ਬਿਲਕੁਲ ਇੱਕੋ ਇੱਕ ਪੁੱਤਿਆ ਮਾਪਿਆਂ ਦਾ। ਪਾਰਟੀ ਚਾਹੇ ਜਿਹੜੀ ਮਰਜ਼ੀ ਹੋਵੇ, ਬਿਲਕੁਲ ਠੀਕ ਹੈ, ਚਾਹੇ ਕੋਈ ਅਕਾਲੀ ਦਲ ਦਾ ਹੋਵੇ, ਚਾਹੇ ਕੋਈ ਬਸਪਾ ਦਾ, ਇੱਕ ਆਗੂ ਨੂੰ, ਨੌਜਵਾਨ ਨੂੰ ਦਿਨ ਦਿਹਾੜੇ ਕੋਈ ਗੋਲੀ ਮਾਰ ਕੇ ਕਤਲ ਕਰ ਦੇਵੇ ਜੀ, ਇਹ ਗੱਲ ਜਿਹੜੀ ਬਰਦਾਸ਼ਤ ਤੋਂ ਬਾਹਰਲੀ ਗੱਲ ਆ ਜੀ। ਉਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਸੀਗਾ ਤੇ ਯੂਥ ਕਾਂਗਰਸ ਦਾ ਜ਼ਿਲ੍ਹਾ ਫਰੀਦਕੋਟ ਦਾ ਪ੍ਰਧਾਨ ਸੀਗਾ ਜੀ। ਇਹ ਕਾਂਗਰਸ ਦੇ ਆਗੂ ਨੂੰ ਕੋ ਮਾਰ ਜਾਵੇ ਤੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਆਗੂ ਨੇ ਜਾਂ ਆਮ ਲੋਕ ਆ, ਉਹਨਾਂ ਦਾ ਜੀਣ ਜਿਹੜਾ ਆ ਉਹ ਕੀ ਹੋ ਸਕਦਾ ਹੈਗਾ। ਬਿਲਕੁਲ। ਪੰਜਾਬ 'ਚ ਤੁਸੀਂ ਦੇਖੋ, ਅਕਾਲੀਆਂ ਵੇਲੇ ਇੱਕ AIG ਰੈਂਕ ਦਾ ਆਫੀਸਰ ਕਿਸੇ ਰੈਸਟੋਰੈਂਟ 'ਤੇ ਲੁਧਿਆਣੇ ਜਾਂਦਾ, ਰੈਸਟੋਰੈਂਟ ਦੇ ਮਾਲਕ ਕੌਣ ਆ ਜੀ? ਉਹ ਅਕਾਲੀਆਂ ਦੇ ਚਹੇਤੇ ਨੇ। ਬਿਲਕੁਲ। ਠੀਕ ਹੈ, ਕੁੱਟ ਕੇ ਉਹਦੀ ਲੱਤ ਤੋੜ ਦਿੱਤੀ ਜਾਂਦੀ AIG ਦੀ। ਠੀਕ ਹੈ, ਔਰ ਰਾਮ ਰੌਲਾ ਪੈਂਦਾ। ਪੁਲਿਸ ਦੇ ਆਫੀਸਰ ਜਿਹੜੇ ਆ ਉਹਨਾਂ ਦੀ ਯੂਨੀਅਨ ਇਕੱਠੀ ਹੁੰਦੀ ਆ, ਕਈ ਕੁਛ ਹੁੰਦਾ। ਬਿਲਕੁਲ। ਤੇ ਅੰਤ ਹੁੰਦਾ ਕੀ ਆ, ਪਰਚਾ ਦਰਜ ਹੋ ਜਾਂਦਾ ਜੀ। ਉਹ ਪਰਚਾ ਵਾਪਸ ਲੈਂਦੇ ਉਹੀ AIG ਜਿਨ੍ਹਾਂ ਦੀ ਲੱਤ ਤੋੜੀ ਗਈ ਆ। ਬਿਲਕੁਲ। ਤੇ ਉਹਨਾਂ ਨੂੰ ਇਹ ਕਹਿਣ ਲਈ ਅਕਾਲੀ ਸਰਕਾਰ, ਅਕਾਲੀ ਭਾਜਪਾ ਸਰਕਾਰ ਮੈਂ ਕਹਾਂਗਾ, ਮਜਬੂਰ ਕਰਦੀ ਆ ਵੀ ਨਹੀਂ ਜੀ, ਮੇਰੀ ਕੋਈ ਲੜਾਈ ਨਹੀਂ ਹੋਈ ਤੇ ਨਾ ਹੀ ਮੇਰੀ ਕਿਸੇ ਨੇ ਲੱਤ ਤੋੜੀ ਹੈ। ਬਿਲਕੁਲ। ਅੰਮ੍ਰਿਤਸਰ ਦੇ ਵਿੱਚ ਇੱਕ ਸੀਨੀਅਰ ਪੁਲਿਸ ਆਫੀਸਰ ਆਪਣੇ ਬੱਚਿਆਂ ਨਾਲ ਕਿਸੇ ਰੈਸਟੋਰੈਂਟ 'ਤੇ ਰੋਟੀ ਖਾਣ ਜਾਂਦਾ ਜੀ। ਉਹਨੂੰ ਕੋਈ ਗੈਂਗਸਟਰ ਬੈਠੇ ਆ ਉੱਥੇ, ਤਾਂ ਉਹਨਾਂ 'ਚੋਂ ਕੋਈ ਉਹਦੀ ਵਾਈਫ ਨੂੰ ਘੂਰਦਾ ਹੈਗਾ ਜਾਂ ਸਟੇਅਰ ਕਰਦਾ, ਤਾਂ ਉਹ ਸਰਚਰੀ ਕਹਿੰਦਾ ਵੀ ਯਾਰ ਕੀ ਗੱਲ, ਵੀ ਕੋਈ ਪ੍ਰੋਬਲਮ ਆ ਤੁਹਾਨੂੰ ਜੀ, ਤੇ ਸਾਹਮਣੇ ਉਹ ਗੋਲੀ ਮਾਰੀ ਜਾਂਦੀ ਆ। ਬਿਲਕੁਲ। ਉਸ ਪੁਲਿਸ ਆਫੀਸਰ ਦੇ। ਇੱਥੋਂ ਤੱਕ ਗੈਂਗਸਟਰਾਂ ਦੇ ਤੇ ਬਦਮਾਸ਼ ਅਨਸਰਾਂ ਦੇ ਹੌਸਲੇ ਵਧੇ ਹੋਏ ਆ। ਬਿਲਕੁਲ। ਫਿਰ ਤੁਸੀਂ ਦੇਖੋ ਸੁੱਖਾ ਕਾਲਮਾ, ਉਹ ਪੇਸ਼ੀ 'ਤੇ ਲਿਆਂਦਾ ਜਾਂਦਾ ਜੀ, ਜਲੰਧਰ ਕੋਰਟ ਦੇ ਵਿੱਚ ਨਾਭੇ ਤੋਂ ਜੀ, ਔਰ ਵਾਪਸੀ ਤੇ ਗਰਾਇਆਂ ਦੇ ਨੇੜੇ GT ਰੋਡ ਤੇ, ਜਿਹਦੇ ਨਾਲ ਪੂਰਾ ਅਮਲਾ ਫੈਲਾ, ਹਥਿਆਰਾਂ ਨਾਲ ਲੈਸ ਆ ਪੁਲਿਸ ਦਾ, ਪੂਰੀ ਸਿਕਿਉਰਿਟੀ 'ਚੋਂ ਜਾ ਰਿਹਾ, ਉਹਨੂੰ ਰੋਕਿਆ ਜਾਵੇ ਔਰ ਰੋਕ ਕੇ ਉਹਦਾ ਕਤਲ ਕੀਤਾ ਜਾਵੇ ਜੀ। ਭਰ ਵਗਦੀ ਸ਼ਾਹਰਾਹ ਤੇ ਸਾਡੀ ਤੇ। ਬਿਲਕੁਲ। ਠੀਕ ਹੈ, ਤੇ ਪੁਲਿਸ ਵਾਲੇ ਕੁਛ ਨਾ ਕਰ ਸਕਣ ਔਰ ਭੰਗੜਾ ਪਾ ਕੇ GT ਰੋਡ ਤੇ ਬਦਮਾਸ਼ ਦੌੜ ਜਾਣ ਜੀ। ਇਹ ਤੋਂ ਉੱਤੇ ਕੀ ਹੋ ਸਕਦਾ ਜੀ? ਆਮ ਬੰਦਾ ਜਿਹੜਾ, ਉਹਦਾ ਕੀ ਜੀਣ ਆ ਜੀ। ਫਿਰ ਆਪਾਂ ਕਹਿੰਦੇ ਆ ਵੀ NRI ਜੀ ਪੰਜਾਬ ਤੋਂ ਮੋਹ ਤੋੜ ਰਹੇ ਆ, ਉਹਨਾਂ ਦੇ ਬੱਚੇ ਮੋਹ ਤੋੜ ਰਹੇ ਆ। ਬਿਲਕੁਲ। ਜਿਹੜੀ ਸਾਡੀ ਤੀਜੀ ਪੀੜ੍ਹੀ ਆ, ਉਹ ਤਾਂ ਕਹਿੰਦੀ ਵੀ ਇੱਥੇ ਆਉਣਾ ਹੀ ਨਹੀਂ ਪੰਜਾਬ 'ਚ, ਵੀ ਜ਼ਮੀਨਾਂ ਵੇਚੋ, ਘਰ ਘਾਟ ਵੇਚੋ, ਕੁਛ ਨਹੀਂ ਰੱਖਿਆ ਪੰਜਾਬ ਦੇ ਵਿੱਚ। ਇੱਥੇ ਉਹਨਾਂ ਦੀਆਂ ਜ਼ਮੀਨਾਂ ਤੇ ਬਦਮਾਸ਼ ਲੌਬੀ ਜਿਹੜੀ ਆ ਕਬਜ਼ੇ ਕਰ ਰਹੀ ਆ। ਬਿਲਕੁਲ। ਔਰ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਪਈ। ਪੁਲਿਸ, ਜਿਹੜੀ ਸਿਆਸਤਦਾਨ ਤੇ ਗੁੰਡਾ ਅਨਸਰ ਰਲ ਕੇ ਇਹਨਾਂ ਦਾ ਨੈਕਸਸ ਜਿਹੜਾ ਗੱਠਜੋੜ ਆ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ 'ਤੇ ਕਬਜ਼ੇ ਕਰਦੇ ਆ। ਜਿਹੜੀਆਂ ਅਦਾਲਤਾਂ ਵਿੱਚ ਸੱਚੀਆਂ ਝੂਠੀਆਂ ਗਵਾਹੀਆਂ ਦੇ ਕੇ ਉਹ ਹੜੱਪਦੇ ਨੇ। ਬਿਲਕੁਲ। ਔਰ ਉਹ ਇੱਥੇ ਨਵੀਂ ਇਨਵੈਸਟਮੈਂਟ ਕਰਨ ਤੋਂ ਕੰਨੀ ਕਤਰਾਉਣ ਲੱਗ ਪਏ ਨੇ। ਬਿਲਕੁਲ। ਸੋ ਇਹੋ ਜਿਹੀ ਸਾਡੀ ਸਥਿਤੀ ਆ। ਤੇ ਗੁਰਲਾਲ ਸਿੰਘ ਭੁੱਲਰ ਦਾ ਕਤਲ ਕੋਈ ਨਵੀਂ ਗੱਲ ਨਹੀਂ ਜੀ। ਇੱਥੇ ਇੱਕ ASI ਆਪਣੀ ਧੀ ਦੀ ਪੱਤ ਬਚਾਉਂਦਾ ਮਾਰਿਆ ਜਾਂਦਾ ਗੁੰਡਿਆਂ ਹੱਥੋਂ। ਬਿਲਕੁਲ। ਛਿਆਟੇ ਦੀ ਘਟਨਾ ਆ, ਕੋਈ ਹਾਲੇ ਤਾਜ਼ੀ ਘਟਨਾ ਆ, ਕੋਈ ਬਹੁਤਾ ਸਮਾਂ ਨਹੀਂ ਹੋਇਆ ਜੀ। ਸੋ ਇਹੋ ਜਿਹੇ ਸੂਬੇ ਦੇ ਵਿੱਚ ਲਾਅ ਐਂਡ ਆਰਡਰ, ਅਮਨ ਕਾਨੂੰਨ ਦੀ ਜ਼ਿੰਮੇਵਾਰੀ ਕਿਹਨਾਂ ਦੀ ਹੁੰਦੀ ਆ? ਵਿਦੇਸ਼ਾਂ 'ਚ ਕੋਈ ਇੱਕ ਕਤਲ ਹੋ ਜਾਵੇ ਨਾ, ਬਿਲਕੁਲ, ਵਿਕਸਿਤ ਦੇਸ਼ਾਂ ਦੇ ਵਿੱਚ ਸਰਕਾਰ ਹਿੱਲ ਜਾਂਦੀ ਆ, ਸਰਕਾਰ ਦੀਆਂ ਚੂੜਾਂ ਹਿੱਲ ਜਾਂਦੀਆਂ। ਪਰ ਸਾਡੇ ਇੱਥੇ ਆਮ ਜੀ ਗੱਲ ਵਾਂਗੂ ਜਿਹੜੀ ਆ ਉਹ ਅਗਲਾ ਦਿਨ ਚੱਲ ਪੈਂਦਾ ਹੈਗਾ ਜੀ। ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ।
सिर्फ पंजाब मेल USA चैनल ते। ਪੰਜਾਬ ਮੇਲ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ। ਸਰਦਾਰ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ। ਵੱਧਦੇ ਹਾਂ ਅਗਲੀ ਗੱਲ ਨਾਲ। ਸੱਤੀ ਸਾਹਿਬ, ਪੰਜਾਬ ਗੌਰਮੈਂਟ ਦੀ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਜੀ, ਕੀ ਹੋਊਗੀਆਂ ਗੱਲਾਂ ਬਾਤਾਂ ਉਹ 'ਚ? ਦਰਅਸਲ ਇਸ ਸਰਕਾਰ ਦਾ, ਸਾਡੀ ਕਾਂਗਰਸ ਸਰਕਾਰ ਦਾ ਆਖਰੀ ਬਜਟ ਸੈਸ਼ਨ ਆ, ਉਹਦੇ 1 ਮਾਰਚ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇਜਪਾਲ ਜੀ। ਜੀ। ਤਾਂ ਉਹਦੇ 'ਚ ਕਿਹੜੇ ਮੁੱਦੇ ਵਿਚਾਰੇ ਜਾਣਗੇ, ਉਹਦੇ ਸੰਬੰਧੀ ਮੋਟੇ ਤੌਰ 'ਤੇ ਅੱਜ ਦੀ ਜਿਹੜੀ ਕੈਬਨਿਟ ਮੀਟਿੰਗ ਹੋ ਰਹੀ ਆ ਜੀ। ਇੱਕ ਤਾਂ ਇਹ ਆ ਪਈ ਜਿਹੜਾ ਆਪਣੇ ਪਈ ਜਿਹੜੇ ਖੇਤੀ ਬਿੱਲ ਆ ਜੀ, ਉਹਨਾਂ ਸੰਬੰਧੀ ਦੁਬਾਰਾ ਮਤਾ ਪਾਸ ਹੋਣ ਦੀ ਸੰਭਾਵਨਾ ਹੈਗੀ ਆ ਮੋਟੇ ਤੌਰ 'ਤੇ। ਜਿਹੜੇ ਰਾਜਪਾਲ ਕੋਲ ਅੜੇ ਹੋਏ ਆ, ਜਿਹੜੇ ਜਾਣੀ ਕਿ ਪਈ ਕਹਿ ਲਓ ਪਈ ਇਹ ਅਸਲ 'ਚ ਤਾਂ ਬਜਟ ਸੈਸ਼ਨ ਸੱਦਣ ਬਾਰੇ ਮੀਟਿੰਗ ਆ। ਅੱਛਾ ਜੀ। ਤੇ ਰਾਜਪਾਲ ਕੋਲ ਜਿਹੜੇ ਅੜੇ ਆ ਉਹਨਾਂ ਬਾਰੇ ਉਹ ਕਹਿੰਦੇ ਆ ਅਸੀਂ ਦੁਬਾਰਾ ਜਿਹੜਾ ਮਤਾ ਪਾਸ ਕਰਨਾ ਚਾਹੁੰਦੇ ਆ। ਤਾਂ ਜਿਹੜੇ ਹੋਰ ਕੋਈ ਮੋਟੇ ਮੁੱਦੇ ਆ ਉਹਨਾਂ ਨੂੰ ਵਿਚਾਰਨ ਲਈ ਅੱਜ ਦੀ ਮੀਟਿੰਗ ਹੋ ਰਹੀ ਆ। ਤੇ ਕਿਸਾਨ ਅੰਦੋਲਨ ਸੰਬੰਧੀ ਵੀ ਜਿਹੜਾ ਆ ਉਹ ਸਰਕਾਰ ਸਮੀਖਿਆ ਕਰਨਾ ਚਾਹੁੰਦੀ ਆ ਜੀ। ਤਾਂ ਇਹੀ ਅੱਜ ਦੀ ਮੀਟਿੰਗ ਦਾ ਕੋਈ ਹੋਰ ਬਹੁਤਾ ਪਰਪਸ ਨਹੀਂ ਹੈਗਾ ਜੀ। ਜਿਹੜਾ 2013 ਦੇ ਵਿੱਚ ਕੰਟਰੈਕਟ ਫਾਰਮਿੰਗ ਦਾ ਜਿਹੜਾ ਬਿੱਲ ਲਾਅ ਬਣਿਆ ਸੀ, ਮੈਂ ਉਹ ਭੁੱਲ ਗਿਆ। ਹਾਂ, ਸੁਨੀਲ ਜਾਖੜ ਹੁਣੀ ਬਿਆਨ ਦਿੱਤਾ ਸੀ, ਉਹਨੂੰ ਰੱਦ ਕਰਨ ਸੰਬੰਧੀ ਵੀ ਜਿਹੜਾ ਆ ਮਤਾ ਜਿਹੜਾ ਉਹ ਪੈ ਸਕਦਾ ਬਜਟ ਸੈਸ਼ਨ ਦੇ ਵਿੱਚ ਪਾਸ ਹੋ ਸਕਦਾ ਹੈਗਾ ਜੀ। ਕਿਉਂਕਿ ਉਹ ਕਹਿੰਦੇ ਨੇ ਪਈ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਪਈ, ਜਿਹੜਾ ਅਕਾਲੀ ਭਾਜਪਾ ਸਰਕਾਰ ਵੇਲੇ ਕੰਟਰੈਕਟ ਫਾਰਮਿੰਗ 2013 ਦੇ ਵਿੱਚ ਉਹ ਪਾਸ ਹੋਇਆ ਸੀ ਕਾਨੂੰਨ, ਪਰ ਉਹ ਕਾਨੂੰਨ ਇੱਕ ਕਾਗਜ਼ ਦਾ ਟੁਕੜਾ ਹੀ ਆ। ਕਾਂਗਰਸ ਨੇ ਕਿਹਾ ਸੀ ਕਿ ਉਹਦੇ ਲਈ ਕੋਈ ਨਿਯਮ ਨਹੀਂ ਬਣਿਆ, ਕੋਈ ਕਮਿਸ਼ਨ ਨਹੀਂ ਬਣਿਆ, ਤੇ ਉਹਨੂੰ ਰੱਦ ਕਰਨ ਲਈ ਜਿਹੜਾ ਆ ਉਹ ਮਤਾ ਪਾਸ ਹੋਏਗਾ, ਉਹ ਵੀ ਇਸ ਬਜਟ ਸੈਸ਼ਨ ਵਿੱਚ ਹੀ ਲਿਆਉਣਾ ਚਾਹੁੰਦੇ ਆ ਜੀ। ਅੱਛਾ, ਮਹਾਂ ਪੰਚਾਇਤਾਂ ਦਾ ਦੌਰ ਜਾਰੀ ਹੈ ਜੀ। ਟਕੈਤ ਸਾਹਿਬ ਕਾਫੀ ਮਹਾਂ ਪੰਚਾਇਤਾਂ ਕਰ ਰਹੇ ਆ, ਨਾਲ ਆਪਣੇ ਪੰਜਾਬ ਦੇ ਜਿਹੜੇ ਲੀਡਰ ਆ ਉਹ ਵੀ ਜਾ ਰਹੇ ਆ, ਹਰ ਥਾਂ ਤੇ ਉੱਤੇ ਪਹੁੰਚ ਰਹੇ ਆ। ਹਾਂਜੀ। ਤੇ ਇੱਕ ਤੇ ਟਕੈਤ ਸਾਹਿਬ ਨੇ ਫਿਰ ਕੋਈ ਬਿਆਨ ਦਿੱਤਾ ਹੈ, ਥੋੜ੍ਹਾ ਜਿਹਾ ਸਾਨੂੰ ਉਹਦੇ ਬਾਰੇ ਦੱਸੋ। ਤੇ ਦੂਜਾ ਇਹ ਆ, ਕੱਲ੍ਹ ਕੁਛ ਮੈਂ ਖਬਰ ਦੇਖੀ ਵੀ ਮਹਾਂ ਪੰਚਾਇਤ ਪਤਾ ਨਹੀਂ ਕਿਹੜੇ ਸ਼ਹਿਰ ਦੀ ਸੀ, ਉਹ 'ਤੇ ਰੋਕ ਲਾਉਣ ਨੂੰ ਫਿਰਦੇ ਆ ਜੀ, ਯੂਪੀ ਦੇ ਵਿੱਚ। ਉਹ ਇੱਦਾਂ ਆ ਵੀ ਟਕੈਤ ਸਾਹਿਬ ਨੇ ਇੱਕ ਤਾਂ ਕਿਹਾ ਵੀ ਭਾਈ ਅਸੀਂ ਫਸਲਾਂ ਦੀ ਕੁਰਬਾਨੀ ਦੇਣ ਲਈ ਵੀ ਨਾ ਸਾਨੂੰ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ। ਭਈ ਵੈਸੇ ਤਾਂ ਉਹਨਾਂ ਨੇ ਕਿਹਾ ਵੀ ਹਮ ਫਸਲ ਕਾਟेंगे ਵੀ ਔਰ ਅੰਦੋਲਨ ਵੀ ਕਰਾਂਗੇ ਜੀ, ਠੀਕ ਹੈ। ਤੇ ਜੇ ਨਹੀਂ ਤਾਂ ਵੀ ਕੋਈ ਨਹੀਂ, ਅਸੀਂ ਉਸ ਕੁਰਬਾਨੀ ਲਈ ਵੀ ਤਿਆਰ ਹਾਂ। ਔਰ ਉਹਨਾਂ ਨੇ ਕਿਹਾ ਭਈ ਜੇ ਸਰਕਾਰ ਨਹੀਂ ਮੰਨਦੀ ਤਾਂ ਅਸੀਂ 40 ਲੱਖ ਟਰੈਕਟਰ ਲੈ ਕੇ ਦਿੱਲੀ ਜਾਵਾਂਗੇ ਜੀ ਜੀ। ਤੇ ਕਿਸਾਨਾਂ ਨੂੰ ਸੱਦਾ ਦਿੱਤਾ ਵੀ ਤਿਆਰ ਰਹੋ ਤੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਨੂੰ ਰੱਖੋ, ਠੀਕ ਹੈ ਜੀ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹਨਾਂ ਦੀਆਂ ਪੋਲਾਂ ਖੋਲ੍ਹਣ ਲਈ ਜੀ, ਜਿੱਥੇ ਜਿੱਥੇ ਇਹ ਮਤਲਬ ਉਹ ਜਿਹੜੀ ਆ ਭਾਜਪਾ ਚੋਣਾਂ ਲਈ ਸਰਗਰਮ ਹੋਊਗੀ, ਆਗਾਮੀ ਵਿਧਾਨ ਸਭਾ ਚੋਣਾਂ ਲਈ, ਉੱਥੇ ਇਹਦਾ ਜਾ ਕੇ ਵਿਰੋਧ ਕਰਾਂਗੇ, ਇਹਨਾਂ ਦੀਆਂ ਪੋਲਾਂ ਖੋਲ੍ਹਾਂਗੇ। ਤਾਂ ਐਤਕੀ ਉਹ ਕਹਿੰਦੇ ਆ ਵੀ ਅਸੀਂ ਜਿਹੜਾ ਹੈਗਾ ਆ ਪੱਛਮੀ ਬੰਗਾਲ ਦੇ ਵਿੱਚ ਵੀ ਕਿਸਾਨ ਪਹੁੰਚਣਗੇ ਆਪਣੇ ਟਰੈਕਟਰ ਲੈ ਕੇ ਜੀ। ਸੋ ਮੋਟੇ ਤੌਰ 'ਤੇ ਤਾਂ ਉਹਨਾਂ ਨੇ ਇਹੀ ਗੱਲਾਂ ਕੀਤੀਆਂ ਹੈਗੀਆਂ ਜੀ। ਤੇ ਉਹਨਾਂ ਨੇ ਕਿਹਾ ਵੀ ਭਾਈ ਅਸੀਂ ਪਿੱਛੇ ਹਟਣ ਵਾਲੇ ਨਹੀਂ, ਕਿਸਾਨਾਂ ਨੂੰ ਮਤਲਬ ਜਿਹੜੇ ਆ ਵੀ ਅਸੀਂ ਆਏ ਆ ਤਾਂ ਕਾਨੂੰਨ ਰੱਦ ਕਰਾ ਕੇ ਜਾਵਾਂਗੇ ਜੀ। ਤੇ ਦੂਜੇ ਬੰਨੇ ਸਰਕਾਰ, ਉਹ ਵੀ ਹੁਣ ਨਰਿੰਦਰ ਤੋਮਰ ਹੋਣਾ ਨੂੰ ਫਿਰ ਚੇਤਾ ਆ ਗਿਆ ਸ਼ਾਇਦ ਕਿਸਾਨਾਂ ਦਾ ਗੱਲਬਾਤ ਦਾ। ਉਹ ਕਹਿੰਦੇ ਦੇਖੋ ਜੀ ਸਰਕਾਰ ਜਿਹੜੀ ਆ ਉਹ ਤਾਂ ਗੱਲਬਾਤ ਲਈ ਅਜੇ ਵੀ ਤਿਆਰ ਆ, ਤੇ ਅਸੀਂ ਅੰਦੋਲਨਕਾਰੀਆਂ ਦੇ, ਜਿਨ੍ਹਾਂ ਨੂੰ ਇਹ ਅੰਦੋਲਨ ਜੀਵੀ ਪ੍ਰਧਾਨ ਮੰਤਰੀ ਦੱਸਦੇ ਸੀਗੇ, ਪਰਜੀਵੀ ਅੰਦੋਲਨ ਜੀਵੀ ਦੱਸਦੇ ਰਹੇ ਆ, ਉਹਨਾਂ ਲਈ ਹਾਲੇ ਵੀ ਮਤਲਬ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਆ, ਅਸੀਂ ਉਹਨਾਂ ਦੇ ਸੰਪਰਕ ਵਿੱਚ ਹਾਂ। ਤੇ ਜਿਹੜੇ ਕਾਨੂੰਨ ਆ ਉਹ ਮੱਧ ਤੋਂ ਮੱਧ ਮਤਲਬ ਉਹਦੇ 'ਤੇ ਵਿਚਾਰ ਵਟਾਂਦਰੇ ਲਈ ਤਿਆਰ ਆ। ਉਹ ਹਾਲੇ 11-12 ਮੀਟਿੰਗਾਂ 'ਚ ਨਹੀਂ ਹੋ ਸਕੀ, ਤੇ ਹੁਣ ਸ਼ਾਇਦ ਕੋਈ ਕਹਿੰਦੇ ਕਸਰ ਕੁਸਰ ਰਹਿ ਗਈ ਆ, ਤੇ ਵੀ ਇੱਕ ਵਾਰੀ ਫੇਰ ਦੇਖ ਲੈਂਦੇ ਆ। ਰੱਸੀ ਜਲ ਗਈ ਪਰ ਵੱਟ ਨਹੀਂ ਗਿਆ। ਤੇ ਅਜੇ ਤੱਕ ਦੇਸ਼ ਵਿਦੇਸ਼ ਦੇ ਵਿੱਚ ਕਾਨੂੰਨ ਫਾਇਦੇਮੰਦ ਹੋਣ ਸੰਬੰਧੀ ਪ੍ਰਚਾਰ ਜਿਹੜਾ ਹੈ ਉਹ ਲਗਾਤਾਰ ਭਾਜਪਾ ਸਰਕਾਰ ਕਰ ਰਹੀ ਆ। ਅੱਛਾ, ਰੱਸੀ ਜਲ ਗਈ ਪਰ ਵੱਟ ਨਹੀਂ ਗਿਆ ਦੀ ਫਿਰ ਆਪਾਂ ਗੱਲ ਕਰਦੇ ਹਾਂ ਜੀ। ਭਾਜੜਾਂ ਬੜੀਆਂ ਪਈਆਂ ਇਹਨਾਂ ਨੂੰ ਤੇ ਜੀ, ਮੀਟਿੰਗਾਂ ਚੱਲ ਰਹੀਆਂ, ਚਾਹੇ ਇਹ ਉੱਪਰੋਂ ਨਹੀਂ ਇਸ ਚੀਜ਼ ਨੂੰ ਸ਼ੋਅ ਕਰ ਰਹੇ, ਪਰ ਸੈਂਟਰ ਗਵਰਨਮੈਂਟ ਜਿਹੜੀ ਆ ਆਪਣੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਹੁਣੀ ਉਹ ਮੀਟਿੰਗਾਂ ਬੁਲਾ ਰਹੇ, ਔਰ
ਜਿਹੜੇ ਆਪਣੇ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਹੋਣੀ ਆ, ਜੀ, ਕਿਉਂਕਿ ਉਹ ਜਾਟ ਸਮੁਦਾਇ 'ਚ ਆਉਂਦੇ, ਜਾਟ ਦੇ ਦੂਸਰੇ 'ਚ ਆਉਂਦੇ, ਭਾਈਚਾਰੇ 'ਚ ਆਉਂਦੇ ਨੇ, ਤੇ ਉਹ ਉਹਨਾਂ ਨੂੰ ਸਪੈਸ਼ਲੀ ਅੱਗੇ ਲਿਆ ਰਹੇ ਆ ਕਿਉਂਕਿ ਉਹ ਟਕੈਤ ਸਾਹਿਬ ਦੇ ਵੀ ਨਜ਼ਦੀਕੀ ਰਹੇ ਪਹਿਲਾਂ ਜੀ। ਤੇ ਹੁਣ ਉਹ ਕਹਿ ਰਹੇ ਆ ਵੀ MP MLA ਜਿਹੜੇ ਯੂਪੀ ਦੇ ਆ ਖਾਸ ਕਰਕੇ, ਉਹ ਜਾ ਕੇ ਖਾਪ ਪੰਚਾਇਤਾਂ ਦੇ ਜਿਹੜੇ ਮੁਖੀ ਆ ਉਹਨਾਂ ਨੂੰ ਮਿਲੋ ਤੇ ਉਹਨਾਂ ਨੂੰ ਸਮਝਾਓ ਵੀ ਇਹ ਜਿਹੜੇ ਬਿੱਲ ਹੈਗੇ ਆ, ਆਪਣੇ ਕਾਨੂੰਨ ਹੈਗੇ ਆ, ਇਹ ਖੇਤੀਬਾੜੀ ਦੇ ਫਾਇਦੇ 'ਚ ਆ। ਬਿਲਕੁਲ ਤੁਹਾਡੀ ਗੱਲ ਤੇਜਪਾਲ ਜੀ ਠੀਕ ਹੈ, ਪਰ ਮੈਨੂੰ ਲੱਗਦਾ ਨਹੀਂ ਸਰਕਾਰ ਸਫਲ ਹੋਊਗੀ ਇਹਨਾਂ ਯਤਨਾਂ ਦੇ ਵਿੱਚ, ਕਿਉਂਕਿ ਹੁਣ ਤੱਕ ਸਰਕਾਰ ਨੇ ਬਥੇਰਾ ਜ਼ੋਰ ਲਾ ਲਿਆ ਕਾਨੂੰਨਾਂ ਨੂੰ ਸਹੀ ਸਿੱਧ ਕਰਨ ਦੇ ਲਈ। ਤਾਂ ਇਹ ਸਰਕਾਰ ਦਾ ਡਰ ਹੀ ਇਹ ਤੋਂ ਸਿੱਧ ਹੁੰਦਾ ਪਈ ਕਿਵੇਂ ਬੁਖਲਾਈ ਹੋਈ ਆ। ਤੇ ਉਹ ਚਾਹੇ ਦਿਸ਼ਾ ਰਵੀ ਵਰਗਿਆਂ ਨੂੰ ਫੜ ਕੇ ਅੰਦਰ ਕਰਨਾ ਹੋਵੇ, ਚਾਹੇ ਸ਼ਾਂਤਨੂ ਵਰਗਿਆਂ 'ਤੇ ਕੇਸ ਦਰਜ ਹੁੰਦੇ ਹੋਣ, ਚਾਹੇ ਪੰਜਾਬ ਦੇ ਕਿਸਾਨ ਆਗੂਆਂ ਦੇ ਕੇਸ, ਇਹ ਸਾਰੀ ਬੁਖਲਾਹਟ ਦਾ ਨਤੀਜਾ ਆ ਜੀ। ਪਰ ਸਰਕਾਰ ਇਸ ਸਭ ਕੁਝ ਦੇ ਵਿੱਚ, ਦੇਖੋ ਸਰਕਾਰ ਮਾਂ-ਬਾਪ ਹੁੰਦੀ ਆ, ਸਰਕਾਰ ਨੂੰ ਜਿਹੜੇ ਕੰਮ ਕਰਨੇ ਚਾਹੀਦੇ ਆ ਜੀ, ਵੀ ਕਿਸਾਨਾਂ ਨੇ ਇਹ ਕਾਨੂੰਨ ਬਣਾਇਆ, ਕਿਸਾਨ ਕਹਿੰਦੇ ਸਾਨੂੰ ਚਾਹੀਦਾ ਨਹੀਂ, ਬਿਲਕੁਲ ਠੀਕ ਹੈ। ਸੋ ਫਿਰ ਕੁਝ ਕਾਰਪੋਰੇਟ ਅਦਾਰਿਆਂ ਨੂੰ ਖੁਸ਼ ਕਰਨ ਲਈ ਸਰਕਾਰ ਜਿਹੜੀ ਪੂਰੇ ਦੇਸ਼ ਦੀ, ਮੁਲਕ ਦੀ ਆਬਾਦੀ ਆ, ਉਹਨੂੰ ਕਿਉਂ ਨਾਰਾਜ਼ ਕਰਨ ਤੇ ਤੁਲੀ ਹੋਈ ਆ ਜੀ, ਠੀਕ ਹੈ। ਦੂਸਰੀ ਗੱਲ, ਜਿਹੜੇ ਸਰਕਾਰ ਦੇ ਕਰਨ ਵਾਲੇ ਕੰਮ ਨੇ, ਅਰਬਾਂ ਖਰਬਾਂ ਰੁਪਈਏ ਦਾ ਮਤਲਬ ਕਰਕੇ ਨਾ ਠੱਗੀ ਬੈਂਕਾਂ ਦੇ ਨਾਲ, ਜਿਹੜੇ ਗੁਜਰਾਤੀ ਭਗੌੜੇ ਹੋ ਕੇ ਵਿਦੇਸ਼ਾਂ 'ਚ ਬੈਠੇ ਆ, ਪਹਿਲਾਂ ਤਾਂ ਉਹਨਾਂ ਨੂੰ ਵਾਪਸ ਲਿਆਵੇ, ਉਹ ਕਰਨ ਵਾਲਾ ਕੰਮ ਆ, ਦੇਸ਼ ਦਾ ਖਜ਼ਾਨਾ ਹੀ ਭਰੂਗਾ। ਦੂਸਰਾ, ਜਿਹੜਾ ਲੱਕ ਬੰਨਿਆ ਹੋਇਆ ਆ ਮਤਲਬ ਪਬਲਿਕ ਪ੍ਰੋਪਰਟੀ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦਾ, ਪ੍ਰਾਈਵੇਟ ਹੱਥ ਕਿਹੜੇ ਆ? ਅੰਬਾਨੀ ਅਡਾਨੀ ਦੇ, ਠੀਕ ਹੈ, ਉਹਦੇ 'ਤੇ ਰੋਕ ਲੱਗੇ, ਠੀਕ ਹੈ। ਫਿਰ ਸਰਕਾਰ ਦੇ ਕਰਨ ਵਾਲੇ ਕਿਹੜੇ ਕੰਮ ਆ? ਜਿਹੜੀਆਂ ਮੁੱਢਲੀਆਂ ਲੋੜਾਂ ਸਾਡੀਆਂ ਵਿੱਦਿਆ ਦੀਆਂ, ਵਿੱਦਿਆ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈ, ਠੀਕ ਹੈ। ਮੈਡੀਕਲ ਸੇਵਾਵਾਂ ਆ, ਆਮ ਬੰਦਾ ਕਿਸੇ ਚੰਗੇ ਡਾਕਟਰ ਦੀ ਜਾ ਕੇ ਫੀਸ ਨਹੀਂ ਭਰ ਸਕਦਾ ਹੈਗਾ, ਬਿਲਕੁਲ। ਆਮ ਬੰਦਾ ਆਪਣੇ ਬੱਚੇ ਨਹੀਂ ਪੜ੍ਹਾ ਸਕਦਾ। ਇਹ ਕਰਨ ਵਾਲੇ ਕੰਮ ਆ ਨਾ ਸਰਕਾਰ ਦੇ। ਸਰਕਾਰ ਦੇ ਕਰਨ ਵਾਲੇ ਜਿਹੜੇ ਕੰਮ ਆ ਉਹ ਤਾਂ ਸਰਕਾਰ ਕਰ ਨਹੀਂ ਰਹੀ। ਸੋ ਸਿਰਫ ਅੰਬਾਨੀਆਂ ਅਡਾਨੀਆਂ ਦੀ ਸੇਵਾ ਵਿੱਚ ਲੱਗੀ ਹੋਈ, ਠੀਕ ਹੈ। ਉਧਰ ਵੀ ਦੋ ਹਮ ਦੋ ਹਮਾਰੇ ਦੋ, ਠੀਕ ਆ। ਤੇ ਜਿਵੇਂ ਪਿਛਲੇ ਦਿਨੀ ਰਾਹੁਲ ਗਾਂਧੀ ਹੋਰੀ ਕਿਹਾ ਸੀਗਾ, ਹੈ ਨਾ। ਸੋ ਮੁੱਦੇ ਤਾਂ ਉਹ ਆ, ਵੀ GDP ਗਰੋਥ ਕਿਵੇਂ ਵਧਣੀ ਆ, ਦੇਸ਼ ਨੂੰ ਆਰਥਿਕ ਤੌਰ ਤੇ ਕਿਵੇਂ ਪੱਕੇ ਪੈਰੀਂ ਕਰਨਾ, ਬਿਲਕੁਲ ਇਹ ਕਰਨ ਵਾਲੇ ਕੰਮ ਆ, ਠੀਕ ਹੈ। ਸੋ ਜਿੱਧਰ ਨੂੰ ਸਰਕਾਰ ਤੁਰੀ ਹੋਈ ਆ, ਕੁਰਾਹੇ ਪਈ ਹੋਈ ਆ ਸਰਕਾਰ, ਮੈਨੂੰ ਲੱਗਦਾ ਹੈਗਾ ਜੀ। ਅੱਛਾ, ਤੁਸੀਂ ਥੋੜ੍ਹੀ ਜਿਹੀ ਗੱਲ ਕੀਤੀ ਦਿਸ਼ਾ ਰਵੀ ਦੀ ਔਰ ਜਿਹੜੇ ਹੋਰ ਫ੍ਰੀ ਸਪੀਚ ਵਾਲੇ ਬੰਦੇ ਆ ਜੀ। ਕੀ ਸਾਡੇ ਦੇਸ਼ ਦੀ ਇਹ ਹਾਲਤ ਹੋ ਗਈ ਆ ਵੀ ਪਾਕਿਸਤਾਨ ਦੀ ਹਾਈ ਕੋਰਟ ਦੇ ਜੱਜ ਸਾਹਿਬਾਨ ਜਿਹੜੇ ਆ, ਉਹਨਾਂ ਨੇ ਉੱਥੇ ਦੇ ਪ੍ਰੋਟੈਸਟਰਸ ਦੇ ਉੱਤੇ ਉਹਨਾਂ ਨੇ ਕੋਈ ਸੈਡੀਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਜੀ, ਤੇ ਉਹਨਾਂ ਨੇ ਬਿਆਨ ਦਿੱਤਾ ਵੀ ਇਹ ਪਾਕਿਸਤਾਨ ਆ, ਭਾਰਤ ਨਹੀਂ ਜੀ। ਕਿ ਅਸੀਂ ਇੰਨਾ ਥੱਲੇ ਆ ਚੁੱਕੇ ਹਾਂ ਵੀ ਸਾਨੂੰ ਹੁਣ ਪਾਕਿਸਤਾਨ ਇਹ ਚੀਜ਼ ਦੱਸ ਰਿਹਾ ਵੀ ਸਾਡੇ ਕੋਲ ਤਾਂ ਫ੍ਰੀ ਸਪੀਚ ਹੈਗੀ ਆ, ਭਾਰਤ 'ਚ ਫ੍ਰੀ ਸਪੀਚ ਹੈ ਨਹੀਂ। ਬਿਲਕੁਲ। ਇਹ ਤਾਂ ਦੇਖੋ, ਆਪਾਂ ਉਹਨਾਂ ਨੂੰ ਇਸਲਾਮੀ ਮੁਲਕ ਕਹਿੰਦੇ ਹਾਂ ਵੀ ਉਹ ਧਰਮ ਦੇ ਆਧਾਰ 'ਤੇ ਬਣੇ ਹੋਏ, ਇਸਲਾਮਿਕ ਸਟੇਟ ਹੈਗਾ, ਠੀਕ ਹੈ। ਸੋ ਅਸੀਂ ਤਾਂ ਜਮਹੂਰੀ ਗਣਰਾਜ ਕਹਾਉਂਦੇ ਹਾਂ ਜੀ, ਰਿਪਬਲਿਕ ਆ ਸਾਡੀ, ਜਿੱਥੇ ਬੋਲਣ ਦੀ ਆਜ਼ਾਦੀ ਹੁੰਦੀ ਆ, ਠੀਕ ਹੈ, ਘੁੰਮਣ ਫਿਰਨ ਦੀ ਆਜ਼ਾਦੀ ਹੁੰਦੀ ਆ। ਸਾਡੇ ਤਾਂ ਇੱਥੇ ਬੋਲਣ 'ਤੇ ਸਾਡੀਆਂ ਸੰਗੀਆਂ ਨੱਪੀਆਂ ਜਾਂਦੀਆਂ ਜੀ, ਠੀਕ ਹੈ। ਘੁੰਮਣ ਫਿਰਨ ਦੀ ਆਜ਼ਾਦੀ ਜਿਹੜੀ ਆ, ਸੜਕਾਂ ਰੋਕ ਕੇ ਅਸੀਂ ਰਾਜਧਾਨੀ ਜਾਣ ਜੋਗੇ ਬਣੀ ਜੀ। ਸੋ ਇਹ ਜਿਹੜਾ ਪਾਕਿਸਤਾਨ ਦੇ ਜੱਜ ਦਾ ਬਿਆਨ ਆ, ਉਹ ਸਾਡੀ ਸਰਕਾਰ ਲਈ ਇੱਕ ਤਰ੍ਹਾਂ ਦੀ ਨਸੀਹਤ ਵਜੋਂ ਲਿਆ ਜਾਣਾ ਚਾਹੀਦਾ ਜੀ। ਅੱਛਾ, ਇੱਕ ਹੋਰ ਚੀਜ਼ ਹੋਈ ਆ ਪਾਕਿਸਤਾਨੀ ਪੰਜਾਬ ਦੇ ਵਿੱਚ ਜੀ, ਤੇ ਆਨੰਦ ਕਾਰਜ ਐਕਟ ਜਿਹੜਾ ਲਾਗੂ ਹੋ ਰਿਹਾ, ਜੋ ਕਹਿੰਦੇ ਅਪ੍ਰੈਲ ਤੋਂ ਸ਼ੁਰੂ ਹੋ ਜਾਣਾ, ਉਹਦੇ ਅੰਡਰ ਜਿਹੜੀ ਰਜਿਸਟ੍ਰੇਸ਼ਨ ਹੈ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਸਾਡੇ ਇੱਥੇ ਜਿਹੜਾ ਪਿੱਛੇ ਇਟਲੀ 'ਚ ਹੋਇਆ ਹੈਗਾ, ਹੁਣ ਪਾਕਿਸਤਾਨ ਵਾਲੇ ਉਹਨੂੰ ਲਾਗੂ ਕਰ ਰਹੇ ਆ ਜੀ। ਇਹ ਸਾਡੇ ਲਈ ਮਤਲਬ ਪੰਜਾਬ ਦੇ ਸਿੱਖਾਂ ਲਈ ਜਾਂ ਦੁਨੀਆ ਭਰ ਦੇ ਜਿਹੜੇ ਸਿੱਖ ਆ ਉਹਨਾਂ ਲਈ ਇੱਕ ਖੁਸ਼ਖਬਰੀ ਮੈਂ ਸਮਝਾਂਗਾ ਜੀ। ਤੇ ਇੱਕ ਜਦੋਂ ਆਪਾਂ ਗੱਲਾਂ ਕਰਦੇ ਸੀ ਨਾ, ਸਰਕਾਰ ਨੇ ਜਿਹੜੇ ਕੰਮ ਸਰਕਾਰ ਨੇ ਕਰਨੇ ਆ ਜਾਂ ਕਰਨੇ ਚਾਹੀਦੇ ਆ, ਸਰਕਾਰ ਉਹਨਾਂ ਕੰਮਾਂ ਨੂੰ ਕਰਨ ਦੀ ਬਜਾਏ ਅੰਬਾਨੀਆਂ ਅਡਾਨੀਆਂ ਦੀ ਸੇਵਾ 'ਚ ਲੱਗੀ ਹੋਈ ਆ, ਬਿਲਕੁਲ। ਤਾਂ ਉਹਨਾਂ ਦੇ ਕੰਮ ਸਰਕਾਰ ਕੋਲੋਂ ਨਹੀਂ ਮੁੱਕਦੇ ਜੀ, ਠੀਕ ਹੈ। ਸੋ ਜਿਹੋ ਜਿਹੀ ਤੇਜਪਾਲ ਜੀ ਦੇਸ਼ ਦੀ ਸਥਿਤੀ ਬਣਦੀ ਜਾਂਦੀ ਆ ਨਾ, ਜਿਹਨੂੰ ਆਪਾਂ ਕਹਿੰਦੇ ਆ ਅਨਾਰਕੀ ਅੰਗਰੇਜ਼ੀ ਦੇ ਵਿੱਚ ਜੀ, ਉਹ ਅਫਰਾ ਤਫਰੀ ਵਾਲਾ ਮਾਹੌਲ ਪੈਦਾ ਹੋ ਰਿਹਾ। ਸਰਕਾਰ ਭਰਪਣ ਜਿਹੜਾ ਆ ਨਾ, ਉਹ ਪੈਦਾ ਕਰਦੀ ਹੁੰਦੀ ਆ।
ਲੋਕਾਂ ਦੇ ਵਿੱਚ ਆਪਸੀ ਮੋਹ ਮੁਹੱਬਤ ਪਿਆਰ ਭਾਈਚਾਰਕ ਸਾਂਝਾਂ ਵਧਾਉਂਦੀ ਹੁੰਦੀ ਆ, ਪਰ ਸਾਡੀ ਸਰਕਾਰ ਲੋਕਾਂ ਖਤਮ ਕਰਨ ਨੂੰ 'ਚ ਲੱਗੀ ਆ। ਉਹ ਵੰਡਣ ਤੇ ਧਰੁਵੀਕਰਨ ਤੇ ਲੱਗੀ ਹੋਈ ਆ ਜੀ। ਅੱਛਾ, ਅਸ਼ਵਨੀ ਸ਼ਰਮਾ ਜਿਹੜੇ ਪ੍ਰਧਾਨ ਨੇ ਜੀ ਪੰਜਾਬ ਬੀਜੇਪੀ ਦੇ, ਤੇ ਸਰਦਾਰ ਹਰਜੀਤ ਸਿੰਘ ਗਰੇਵਾਲ, ਜਿਨ੍ਹਾਂ ਨੂੰ ਆਪਾਂ ਸਾਰੇ ਹੀ ਤਕਰੀਬਨ ਹੁਣ ਤੋਂ ਪਤਾ ਲੱਗ ਗਿਆ ਵੀ ਗਰੇਵਾਲ ਸਾਹਿਬ ਕੌਣ ਨੇ, ਦੁਨੀਆ ਜਾਣਨ ਲੱਗ ਪਈ ਜਾਣਨ ਲੱਗ ਪਏ ਸਾਰੇ। ਜੀ ਆਹ ਇਲੈਕਸ਼ਨ ਦੇ ਰਿਜ਼ਲਟ ਆਏ, ਇਸ ਤੋਂ ਬਾਅਦ ਦੋਹਾਂ ਦਾ ਬਿਆਨ ਇਹ ਆਇਆ ਵੀ ਭਾਈ ਲੋਕਤੰਤਰ ਪੰਜਾਬ 'ਚ ਖਤਮ ਹੋ ਗਿਆ ਹੈ। ਕੀ ਲੋਕਤੰਤਰ ਉਦੋਂ ਨਹੀਂ ਸੀ ਖਤਮ ਹੋਇਆ ਜਦੋਂ ਪਹਿਲਾਂ 15 ਦਿਨ, ਜਦੋਂ 5 ਜੂਨ ਨੂੰ ਇਹਨਾਂ ਨੇ ਆਰਡੀਨੈਂਸ ਲੈ ਕੇ ਆਂਦੇ ਆ, 15 ਦਿਨ ਕਿਸਾਨ ਆਪਣੀਆਂ ਛੱਤਾਂ 'ਤੇ ਖੜੇ ਹੋ ਕੇ ਨਾਅਰੇ ਮਾਰਦੇ ਰਹੇ ਆ ਪਿੰਡਾਂ ਦੀਆਂ ਦੇ। ਉਸ ਤੋਂ ਬਾਅਦ ਰੇਲਵੇ ਲਾਈਨਾਂ 'ਤੇ ਬੈਠੇ ਰਹੇ, ਤੇ ਹੁਣ ਜਾ ਕੇ ਉਹ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ, ਤੁਸੀਂ ਕਿੱਲ ਗੱਡ ਕੇ ਬੈਠੇ ਤੁਹਾਡੀ ਸਰਕਾਰ। ਬਿਲਕੁਲ ਉਹ ਲੋਕਤੰਤਰ ਸੀ ਕਿ ਹੁਣ ਲੋਕਤੰਤਰ ਆ? ਇਹ ਲੋਕਤੰਤਰ ਬੜੀ ਇੱਕ ਨਾ ਸੌਫਟ ਜਿਹੀ ਚੀਜ਼ ਹੋ ਗਈ ਆ, ਇਹ ਕਦੇ ਮਰ ਜਾਂਦਾ ਕਦੇ ਉੱਠ ਜਾਂਦਾ, ਇਹ ਮਤਲਬ ਅਜੀਬ ਜਿਹੀ ਹੋ ਗਿਆ ਕੰਮ। ਦੇਖੋ ਭਾਜਪਾ ਵਾਲਿਆਂ ਨੇ ਤਾਂ ਮਰ ਜਾਓ ਚਿੜੀਓ ਵਾਲੀ ਗੱਲ ਕੀਤੀ ਹੈ ਜੀ। ਇੱਦਾਂ ਨਹੀਂ ਹੁੰਦੀ ਨਾ ਹੀ ਇੱਦਾਂ ਦੇਸ਼ ਚੱਲਦੇ ਹੁੰਦੇ ਆ। ਤੇ ਲੋਕਤੰਤਰ ਦਾ ਘਾਣ, ਮਨੁੱਖੀ ਕਦਰਾਂ ਕੀਮਤਾਂ ਦਾ ਘਾਣ, ਮਨੁੱਖ ਦੀ ਬੋਲਣ ਦੀ ਆਜ਼ਾਦੀ ਦਾ ਘਾਣ, ਬਿਲਕੁਲ ਜਿੰਨਾ ਭਾਜਪਾ ਹਕੂਮਤ ਨੇ ਕੀਤਾ ਅੱਜ ਤੱਕ ਸਾਡੇ ਮੁਲਕ ਦੇ ਵਿੱਚ ਨਹੀਂ ਹੋਇਆ ਜੀ। ਪਹਿਲਾਂ ਤੁਸੀਂ ਦੇਖੋ, ਜਦੋਂ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਨਾ ਜੀ, ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਕਿਹਾ ਸੀ ਵੀ ਭਾਈ ਜੇਲ੍ਹਾਂ ਦੇ ਜਿਹੜੇ ਦਰ ਖੋਲ੍ਹ ਦਿਓ, ਅਸੀਂ ਜੇਲ੍ਹਾਂ 'ਚ ਜਾਣ ਨੂੰ ਤਿਆਰ ਹਾਂ, ਪਰ ਕਾਨੂੰਨ ਵਾਪਸ ਕਰਵਾਉਣੇ ਆ। ਬਿਲਕੁਲ। ਸਰਕਾਰ ਦੇ ਉਦੋਂ ਨਹੀਂ ਕੰਨਾਂ ਤੇ ਜੂੰ ਸਰਕੀ, ਉਦੋਂ ਨਹੀਂ ਲੋਕਤੰਤਰ ਦਾ ਘਾਣ ਹੋਇਆ। ਰੇਲਾਂ ਦੇ ਰਾਹ ਡੱਕੇ, ਉਦੋਂ ਨਹੀਂ ਲੋਕਤੰਤਰ ਦਾ ਘਾਣ ਹੋਇਆ। ਠੀਕ ਹੈ, ਜਦੋਂ ਉੱਥੇ ਰੋਕਾਂ ਲਾਉਂਦੇ ਆ, ਰਸਤੇ ਦੇ ਵਿੱਚ ਪਾਣੀ ਦੀਆਂ ਵਾਛੜਾਂ ਕਰਦੇ ਨੇ, ਵਾਟਰ ਕੈਨਨ ਚਲਾਉਂਦੇ ਨੇ, ਠੀਕ ਆ, ਕੁੱਟਮਾਰ ਕਰਦੇ ਆ, ਜਦੋਂ ਡੱਕਿਆ ਜਾਂਦਾ ਕਿਸਾਨਾਂ ਨੂੰ, ਉਦੋਂ ਸੜਕਾਂ ਪੱਟ ਦਿੱਤੀਆਂ, ਉਦੋਂ ਨਹੀਂ ਲੋਕਤੰਤਰ ਦਾ ਘਾਣ। ਸੋ ਹੁਣ ਅਸ਼ਵਨੀ ਸ਼ਰਮਾ ਹੁਣੀ ਤੇ ਸਰਦਾਰ ਹਰਜੀਤ ਸਿੰਘ ਗਰੇਵਾਲ ਹੁਣੀ ਲੋਕਾਂ 'ਚ ਮੂੰਹ ਦਿਖਾਉਣ ਜੋਗੇ ਤਾਂ ਹੈ ਨਹੀਂ। ਜਦੋਂ ਕਿਤੇ ਨਿਕਲਦੇ ਆ ਤਾਂ ਲੋਕ ਘੇਰ ਲੈਂਦੇ ਆ, ਜਿੰਦਾਬਾਦ ਮੁਰਦਾਬਾਦ ਹੁੰਦੀ ਆ, ਪੁਲਿਸ ਦੇ ਪਹਿਰਿਆਂ ਹੇਠ ਨਿਕਲਣਾ ਪੈਂਦਾ ਭੀੜ ਤੋਂ ਬਚ ਕੇ, ਠੀਕ ਹੈ, ਨਾਅਰੇ ਮਾਰਦੇ ਲੋਕਾਂ ਤੋਂ ਬਚ ਕੇ। ਸੋ ਹੁਣ ਇਹਨਾਂ ਨੂੰ ਅੱਜ ਲੋਕਤੰਤਰ ਦਾ ਚੇਤਾ ਆ ਗਿਆ ਜੀ, ਠੀਕ ਹੈ। ਲੋਕਤੰਤਰ ਦਾ ਸਭ ਤੋਂ ਵੱਧ ਘਾਣ ਭਾਜਪਾ ਨੇ ਕੀਤਾ। ਇਹਨਾਂ ਦਾ ਇੱਕ MLA ਗੁਜਰਾਤ ਦਾ, ਮੈਂ ਕੱਲ ਵੀਡੀਓ ਦੇਖਦਾ ਸੀ ਜੀ, ਤੇ ਉਹ ਸ਼ਰੇਆਮ ਹੀ ਕਹਿ ਰਿਹਾ, ਕਹਿੰਦਾ ਸਿਸਟਮ ਤੇ ਪੁਲਿਸ ਮੈਂ ਆਪਣੀ ਜੇਬ 'ਚ ਰੱਖਦਾ, ਸੋ ਮੈਨੂੰ ਕਿਸੇ ਦੀ ਪਰਵਾਹ ਨਹੀਂ। ਤੇ ਇਹ ਲੋਕਤੰਤਰ ਇਹ ਬਲਿਆਉਣਾ ਚਾਹੁੰਦੇ ਸੀ ਜੀ। ਬਸ ਉਹੀ ਨਾ ਵੀ ਇਹਨੂੰ ਆਪਾਂ ਇਸ ਵੇਲੇ ਨਾ ਲੋਕਤੰਤਰੀ ਰਾਜ ਦੀ ਥਾਂ ਨਾ ਗੁੰਡਾ ਰਾਜ ਜਿਹੜਾ, ਉਹ ਮੈਨੂੰ ਜ਼ਿਆਦਾ ਸ਼ਬਦ ਢੁੱਕਵਾਂ ਲੱਗਦਾ ਹੈਗਾ ਜੀ। ਤਾਂ ਭਈ ਕਿਸੇ ਨੂੰ ਬੋਲਣ ਨਾ ਦਿਓ, ਕਿਸੇ ਨੂੰ ਉੱਠਣ ਨਾ ਦਿਓ, ਕੋਈ ਵਿਰੋਧੀ ਸਿਰ, ਕੋਈ ਆਲੋਚਨਾ ਦੀ ਸੁਰ ਉਹ ਪੈਦਾ ਹੀ ਨਾ ਹੋਣ ਦਿਓ ਜੀ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸਤੀ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।